26 ਮਈ ਨੂੰ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਹੈ ਕਾਲਾ ਦਿਨ ਮਨਾਉਣ ਦਾ, ਉਸ ਦਿਨ ਨੂੰ ਪੂਰੇ ਜੀ ਜਾਨ ਨਾਲ ਪੂਰਾ ਤਾਣ ਲਾ ਕੇ ਸਾਡੀ ਜਥੇਬੰਦੀ ਪੰਜਾਬ ਦੇ ਵਿੱਚ ਮਨਾ ਰਹੀ ਹੈ। ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈ ਰਿਹਾ, ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿ ਰਹੇ ਵੀ ਪ੍ਰਬੰਧ ਹੈ ਨਹੀਂ, ਸਾਡਾ ਰਿਸ਼ਤੇਦਾਰ ਮਰ ਗਿਆ, ਮੇਰੇ ਘਰ ਵਾਲੀ ਮਰ ਗਈ, ਮੇਰਾ ਉਹ ਮਰ ਗਿਆ, ਉਹ ਥੱਲੇ ਰੁਲਦੇ ਆ, ਬੈੱਡ ਨਹੀਂ ਮਿਲ ਰਹੇ ਉਹਨਾਂ ਨੂੰ, ਆਮ ਲੋਕਾਂ ਤੋਂ ਮਿਲਣੇ ਕੀ ਆ। ਹਰਜੀਤ ਗਰੇਵਾਲ ਆ ਚਾਹੇ ਕੋਈ ਹੋਰ ਵਜ਼ੀਰ ਆ, ਇਹਨਾਂ ਦਾ ਕਿੱਤਾ ਹੈ ਝੂਠ ਗੱਪ ਮਾਰਨੇ। ਮੈਂ ਕਹਿ ਚੁੱਕਿਆ ਵੀ ਸਾਡੇ ਟੈਸਟ ਕਰਕੇ ਸਰਕਾਰ ਇਹ ਠੱਪਾ ਸਾਡੇ ਤੇ ਲਾਉਣਾ ਚਾਹੁੰਦੀ ਆ। ਡਾਕਟਰਾਂ ਕੋਲੋਂ ਕਹਾ ਲੈਣਗੇ, ਡਾਕਟਰ ਇਹਨਾਂ ਦੇ ਮੁਲਾਜ਼ਮ ਹੈ, ਕਹਾ ਲੈਣਗੇ ਵੀ ਪੋਜ਼ੀਟਿਵ ਹੈ, ਧਰਨਿਆਂ ਨੂੰ ਉਠਾਉਣਾ ਚਾਹੁੰਦੀ ਹੈ। ਅਸੀਂ ਇਹ ਨਹੀਂ ਹੋਣ ਦੇਣਾ, ਅਸੀਂ ਜਿਹਨੂੰ ਵੀ ਲੋੜ ਮਹਿਸੂਸ ਹੋਊਗੀ ਕਰਾਉਣੇ ਆ ਟੈਸਟ, ਕਰਾਵਾਂਗੇ। ਤੁਸੀਂ ਕਹਿੰਦੇ ਹੋ ਵੀ ਜਿਹੜਾ ਦਿਲ ਕਰੇਗਾ, ਜਿਹਨੂੰ ਮਹਿਸੂਸ ਹੋਏਗਾ ਉਹ ਆਪਣੇ ਆਪ ਲਵਾ ਲਵੇ, ਉਹਨੂੰ ਅਸੀਂ ਰੋਕਾਂਗੇ ਨਹੀਂ। ਪਰ ਅਸੀਂ ਇਹ ਵੀ ਨਹੀਂ ਅਪੀਲ ਕਰਾਂਗੇ ਵੀ ਨਾ ਲਵਾਓ, ਇਹ ਵੀ ਨਹੀਂ ਅਪੀਲ ਕਰਾਂਗੇ ਵੀ ਸਾਰੇ ਲਵਾ ਲਓ। ਸਾਨੂੰ ਆਪ ਨੂੰ ਵੀ ਜੋ ਲੋੜ ਮਹਿਸੂਸ ਹੋਊਗੀ ਲਵਾਵਾਂਗੇ। ਅਸੀਂ ਤਾਂ ਕਰੋਨਾ ਨਾਲ ਵੀ ਮੜਿਕਣਾ, ਸਰਕਾਰ ਨਾਲ ਵੀ ਮੜਿਕਣਾ। ਸਾਡੀ ਤਾਂ ਲੜਾਈ ਹੁਣ ਦੋ ਤਰਫੀ ਹੋ ਗਈ। ਕੈਪਟਨ ਸਾਹਿਬ ਤਾਂ ਕਹਿੰਦੇ 10 ਲੱਖ ਦਾ ਇਨਾਮ ਦੇਵਾਂਗੇ ਜਿਹੜੇ ਪਿੰਡ ਦੇ ਵਿੱਚ ਸਾਰੇ ਜਣੇ ਟੀਕਾ ਲਵਾ ਲੈਣਗੇ। ਟੀਕਾ ਲਵਾਉਣ ਵਾਲੇ ਨੂੰ ਕਿਉਂ ਇਨਾਮ ਦਿੰਦੇ ਆ? ਟੀਕਾ ਤਾਂ ਲੋੜ ਪੈਣ ਤੇ ਆ। ਜੇ ਕਿਸੇ ਨੂੰ ਲੋੜ ਕੀ ਅਗਲੇ ਨੇ ਟੀਕਾ ਲਵਾ ਕੇ ਕਾਲੀ ਉੱਲੀ ਜ਼ਰੂਰੀ ਕਰਵਾਉਣੀ ਆ? ਟੀਕਾ ਲਵਾਉਣ ਦਾ ਇਸ ਵੇਲੇ ਜੋ ਸ਼ੰਕਾ ਖੜਾ ਹੋਇਆ ਪਿਆ, ਉਹ ਤਾਂ ਇਹ ਸ਼ੰਕਾ ਹੈ ਵੀ ਕਰੋਨੇ ਨੂੰ ਤਾਂ ਠੀਕ ਕਰ ਦੂ, ਕਾਲੀ ਉੱਲੀ ਹੋ ਜੂਗਾ। ਮੌਤਾਂ ਹੋ ਗਈਆਂ ਸ਼ੁਰੂ ਕਾਲੀ ਉੱਲੀ ਦੇ ਨਾਲ, ਕਦੋਂ ਦੇ ਡਾਕਟਰ ਪਿੱਟ ਰਹੇ ਸੀਗੇ ਵੀ ਇਹ ਠੀਕ ਨਹੀਂ ਹੈ ਵੈਕਸੀਨਾਂ। ਤਿੰਨ ਕੱਕਿਆਂ ਨੇ ਇਸ ਵੇਲੇ ਲੋਕਾਂ ਦੇ ਵਿੱਚ ਕੱਕਾ ਕਲੇਸ਼ ਪਾ ਕੇ ਰੱਖਿਆ ਹੈ। ਪਹਿਲਾ ਕਾਲੀ ਖੇਤੀ ਕਾਨੂੰਨ, ਦੂਜਾ ਕਰੋਨਾ, ਤੀਜਾ ਕਾਲੀ ਉੱਲੀ। ਤੇ ਖਬਰਸਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਪਰ ਹੁਣ ਕੱਕਾ ਕਿਸਾਨਾਂ ਨੇ ਵੀ ਕੱਕਾ ਕਾਲਾ ਦਿਵਸ ਮਨਾਉਣ ਬਾਰੇ ਸੋਚਿਆ ਹੈ ਤੇ ਹੁਣ ਸਰਕਾਰ ਨੂੰ ਭਾਜੜਾ ਪਾਉਣ ਦੀ ਤਿਆਰੀ ਖਿੱਚੀ ਹੈ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੱਕਾ ਕੋਕਰੀ ਕਲਾਂ ਸਾਹਿਬ ਯਾਨੀ ਸੁਖਦੇਵ ਸਿੰਘ ਕੋਕਰੀ ਕਲਾਂ ਜੀ ਮੌਜੂਦ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸੈਕਟਰੀ। ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਹਾਂਜੀ ਧੰਨਵਾਦ ਜੀ। ਸਰ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ ਕੀਤੀ ਗਈ ਹੈ, ਤੁਹਾਡੇ ਵੱਲੋਂ ਉਗਰਾਹਾਂ ਸਾਹਿਬ ਵੀ ਮੌਜੂਦ ਸੀ। ਕਾਲਾ ਦਿਵਸ ਮਨਾਉਣ ਦੀ ਕੋਈ ਅੱਜ ਗੱਲ ਕਹੀ ਗਈ ਹੈ, ਉਸ ਬਾਰੇ ਥੋੜਾ ਚਾਨਣਾ ਪਾਓ। ਹਾਂਜੀ 26 ਮਈ ਨੂੰ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਹੈ ਕਾਲਾ ਦਿਨ ਮਨਾਉਣ ਦਾ, ਉਸ ਦਿਨ ਨੂੰ ਪੂਰੇ ਜੀ ਜਾਨ ਨਾਲ ਪੂਰਾ ਤਾਣ ਲਾ ਕੇ ਸਾਡੀ ਜਥੇਬੰਦੀ ਪੰਜਾਬ ਦੇ ਵਿੱਚ ਮਨਾ ਰਹੀ ਹੈ। ਆਪੋ ਆਪਣੇ ਘਰਾਂ ਤੇ ਵੀ, ਵਹੀਕਲਾਂ ਤੇ ਵੀ ਕਾਲੇ ਝੰਡੇ ਵੀ ਬੰਨਣੇ ਆ ਤੇ ਆਪੋ ਆਪਣੇ ਪਿੰਡ 'ਚ ਮੁਹੱਲੇ 'ਚ ਇਕੱਠੇ ਹੋ ਕੇ ਭਾਜਪਾ ਮੋਦੀ ਹਕੂਮਤ ਤੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣੇ ਆ। ਕਿਉਂਕਿ ਜਿਹੜੇ ਕਾਲੇ ਖੇਤੀ ਕਾਨੂੰਨ ਹੈ ਇਹ ਉਹਨਾਂ ਦੀ ਸੇਵਾ ਵਾਸਤੇ ਬਣਾਏ ਆ ਮੋਦੀ ਭਾਜਪਾ ਹਕੂਮਤ ਨੇ। ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀ ਛੁੱਟੀ ਦੇ ਕੇ, ਖੁੱਲ੍ਹੀ ਮੰਡੀ ਰਾਹੀਂ ਸਾਡੀਆਂ ਫਸਲਾਂ ਲੁੱਟ ਕੇ ਤੇ ਸਾਡੀਆਂ ਜ਼ਮੀਨਾਂ 'ਤੇ ਕਬਜ਼ੇ ਕਰਾ ਕੇ ਵੱਡੇ ਖੇਤੀ ਫਾਰਮ ਬਣਾਉਣ ਦੀ ਜਿਹੜੀ ਵਿਉਂਤ ਹੈ, ਜਿਹਦੇ ਵਿਰੁੱਧ ਐਡਾ ਵੱਡਾ ਅੰਦੋਲਨ ਦੇਸ਼ ਭਰ ਦੇ ਵਿੱਚ ਉੱਠਿਆ, ਜਿਹਦੀਆਂ ਸਾਰੀ ਦੁਨੀਆ 'ਚ ਧੁੰਮਾਂ ਪਈਆਂ ਹੋਈਆਂ। ਇਸ ਦੌਰਾਨ ਜਿਹੜਾ ਆਹ 26 ਮਈ ਨੂੰ ਅਸੀਂ ਮਨਾ ਰਹੇ ਹਾਂ, ਇਹਦੇ 'ਚ ਕਾਲੇ ਖੇਤੀ ਕਾਨੂੰਨ ਜਾਂ ਬਿਜਲੀ ਬਿੱਲ 2020 ਜਾਂ ਪਰਾਲੀ ਆਰਡੀਨੈਂਸ ਜਾਂ ਇਹ ਤਾਂ ਸਾਰੇ ਖਤਮ ਕਰਾਉਣ ਦੀ ਮੰਗ ਹੈ ਹੀ ਹੈ। ਮੁੱਖ ਮੰਗਾਂ 'ਚ ਆਹ ਕਰੋਨਾ ਸੰਬੰਧੀ ਜਿਹੜੀਆਂ ਮੰਗਾਂ ਉਹਨਾਂ 'ਚ ਵਿਸ਼ੇਸ਼ ਤੌਰ 'ਤੇ ਸਭ ਤੋਂ ਪਹਿਲੀ ਮੰਗ ਇਹ ਹੈ ਵੀ ਸਰਕਾਰ ਪੂਰਾ ਬਜਟ ਜੁਟਾਵੇ, ਜਿਵੇਂ ਕੇਰਲਾ ਦੀ ਸੂਬਾ ਸਰਕਾਰ ਨੇ ਜੁਟਾਇਆ ਕਰੋਨਾ ਦੀ ਰੋਕਥਾਮ ਵਾਸਤੇ। ਸਰ ਉਹਦਾ ਪੈਸਾ ਤਾਂ ਬਹੁਤ ਆ ਰਿਹਾ ਜੀ। ਸੂਬਿਆਂ ਦੀ ਗੱਲ ਕਰੀਏ CM ਕੇਅਰ ਫੰਡ ਹੈਗਾ, ਆਪਾਂ ਦੇਸ਼ ਦੀ ਗੱਲ ਕਰੀਏ ਉੱਥੇ PM ਕੇਅਰ ਫੰਡ ਹੈਗਾ। ਕੇਅਰ ਫੰਡ ਹੈ ਜਿਹੜੇ ਉਹ ਨਹੀਂ ਵਰਤੇ ਜਾ ਰਹੇ, ਉਹਦੇ ਵਾਸਤੇ ਬਜਟ ਬਹੁਤ ਥੋੜ੍ਹਾ ਰੱਖਿਆ ਹੋਇਆ। ਜਿੰਨਾ ਬਜਟ ਚਾਹੀਦਾ
ਉਹ ਇਕੱਲੇ ਕੇਅਰ ਫੰਡ ਨਾਲ ਨਹੀਂ ਪੂਰਾ ਹੁੰਦਾ। ਸਰ ਵਰਤੇ ਨਹੀਂ ਜਾ ਰਹੇ, ਜਾਂ ਜਿੱਥੇ ਵਰਤੇ ਜਾਣੇ ਚਾਹੀਦੇ ਆ ਉੱਥੇ ਨਹੀਂ ਵਰਤੇ ਜਾ ਰਹੇ, ਦੂਜੀ ਜਗ੍ਹਾ ਦੁਰਵਰਤੋਂ ਕੀਤੀ ਜਾ ਰਹੀ ਹੈ ਹੈ? ਹੀ ਬਹੁਤ ਥੋੜੇ। ਜਿੰਨਾ ਲੋੜ ਹੈ ਕਰੋਨਾ ਦੇ ਪ੍ਰਬੰਧਾਂ ਵਾਸਤੇ ਹਰ ਕਿਸਮ ਦੇ ਪ੍ਰਬੰਧ ਚਾਹੀਦੇ ਆ। ਆਕਸੀਜਨ ਸਿਲੰਡਰ ਵੀ, ਵੈਂਟੀਲੇਟਰ ਵੀ, ਬੈੱਡ ਵੀ, ਡਾਕਟਰਾਂ ਦੀ ਵੀ ਪੂਰੀ ਗਿਣਤੀ, ਉਹ ਸਾਰਾ ਕੁਛ ਨਹੀਂ ਕੀਤਾ ਜਾ ਰਿਹਾ। ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈ ਰਿਹਾ, ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿ ਰਹੇ ਵੀ ਪ੍ਰਬੰਧ ਹੈ ਨਹੀਂ, ਸਾਡਾ ਰਿਸ਼ਤੇਦਾਰ ਮਰ ਗਿਆ, ਮੇਰੇ ਘਰ ਵਾਲੀ ਮਰ ਗਈ, ਮੇਰਾ ਉਹ ਮਰ ਗਿਆ। ਉਹ ਥੱਲੇ ਰੁਲਦੇ ਆ, ਬੈੱਡ ਨਹੀਂ ਮਿਲ ਰਹੇ ਉਹਨਾਂ ਨੂੰ, ਆਮ ਲੋਕਾਂ ਨੂੰ ਤਾਂ ਮਿਲਣੇ ਕੀ ਆ। ਇਸ ਕਰਕੇ ਨਾ ਤਾਂ ਇਹ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਕੀਤੇ ਆ, ਨਾ ਪੰਜਾਬ ਸਰਕਾਰ ਨੇ ਪ੍ਰਬੰਧ ਕੀਤੇ ਆ। ਉਹ ਮੈਂ ਗਾਂ ਦੱਸਦਾ ਵੀ ਪੰਜਾਬ ਸਰਕਾਰ ਦੇ ਵਿਰੁੱਧ ਵਿਸ਼ੇਸ਼ ਪ੍ਰੋਗਰਾਮ ਵੀ ਰੱਖਿਆ। ਇਹ ਜਿਹੜਾ 26 ਮਈ ਵਾਲਾ, ਇਹ ਵਿਸ਼ੇਸ਼ ਕੇਂਦਰ ਦੀ ਭਾਜਪਾ ਹਕੂਮਤ ਤੇ ਕਾਰਪੋਰੇਟ ਸਾਮਰਾਜੀ ਘਰਾਣੇ ਆ ਜਿਹੜੇ। ਸਰ ਕਰੋਨਾ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ PM ਕੇਅਰ ਫੰਡ ਜਿੰਨਾ ਹੋਣਾ ਚਾਹੀਦਾ ਉਹਨਾਂ ਨਹੀਂ ਹੈ, ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਦੂਜੀ ਗੱਲ, ਤੁਸੀਂ ਇਹ ਤਾਂ ਮੰਨਦੇ ਹੋ ਕਰੋਨਾ ਹੈ? ਕਰੋਨਾ ਬਿਲਕੁਲ। ਕਰੋਨਾ ਤਾਂ ਜਦੋਂ ਪਿਛਲੇ ਸਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਜੇ ਕੋਈ ਫੈਸਲਾ ਨਹੀਂ ਸੀ ਕੀਤਾ, ਸਾਡੀ ਜਥੇਬੰਦੀ ਨੇ ਉਦੋਂ ਫੈਸਲਾ ਕਰਕੇ ਵੱਡੀ ਉਮਰ ਦੇ ਆਗੂਆਂ ਨੂੰ ਕੇਰਾਂ ਇਕਾਂਤਵਾਸ ਕਰਤਾ ਸੀ, ਜਿਹੜੇ 3-4 ਮਹੀਨੇ ਇਕਾਂਤਵਾਸ ਰਹੇ ਆ। ਜਦੋਂ ਆ ਖੇਤੀ ਕਾਨੂੰਨਾਂ ਦਾ ਹੱਲਾ ਬੋਲਤਾ ਸਰਕਾਰ ਨੇ, ਉਦੋਂ ਫਿਰ ਜਦੋਂ ਕਿਸਾਨ ਕਹਿਣ ਲੱਗੇ ਵੀ ਕਾਲੇ ਖੇਤੀ ਕਾਨੂੰਨਾਂ ਨੂੰ ਮਰਨ ਸਾਰਿਆਂ ਨੂੰ ਮਾਰਨਗੇ, ਇਹ ਤਾਂ ਸਾਰਿਆਂ ਦੀਆਂ ਜ਼ਮੀਨਾਂ ਖੋਹ ਕੇ ਵੱਡੇ ਫਾਰਮ ਬਣਾਉਣਗੇ, ਤੇ ਕਰੋਨੇ ਨਾਲ ਤਾਂ ਵੱਧ ਤੋਂ ਵੱਧ 5 ਜਾਂ 7% ਮੌਤਾਂ ਹੁੰਦੀਆਂ। ਵੱਡਾ ਹਿੱਸਾ ਤਾਂ ਆਪਦੇ ਆਪ ਹੀ ਐਂਟੀਬਾਡੀ ਨਾਲ ਹੀਲ ਹੋ ਜਾਂਦਾ, ਇਲਾਜ ਹੋ ਜਾਂਦਾ। ਇਸ ਕਰਕੇ ਵੀ ਕਾਲੇ ਕਾਨੂੰਨਾਂ ਨਾਲ ਸਾਰਿਆਂ ਨੂੰ ਮਰਨ ਤੋਂ ਬਚਾਉਣ ਵਾਸਤੇ ਕਰੋਨਾ ਰਾਹੀਂ ਜੇ ਕੋਈ ਮਰ ਵੀ ਜਾਊਗਾ, ਪਰ ਆਪਾਂ ਪ੍ਰਬੰਧ ਕਰਾਂਗੇ ਪੂਰੇ। ਪ੍ਰਬੰਧ ਅਸੀਂ ਉਦੋਂ ਦੇ ਸ਼ੁਰੂ ਕੀਤੇ ਆ ਜਦੋਂ ਦਾ ਇਹ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਈ ਹੈ। ਪਿਛਲੇ ਸਾਲ ਵੀ ਕੀਤੇ ਸੀ, ਹੁਣ ਵਿਸ਼ੇਸ਼ ਧਿਆਨ ਦਿੱਤਾ। ਕੱਲ੍ਹ ਫੈਸਲਾ ਕਰਕੇ ਵੀ ਸਾਰੇ ਦਿੱਲੀ ਵਾਲੇ ਮੋਰਚਿਆਂ 'ਚ ਵੀ ਤੇ ਪੰਜਾਬ ਵਾਲੇ ਮੋਰਚਿਆਂ 'ਚ ਵੀ ਸੈਨੇਟਾਈਜ਼ਰਾਂ ਦਾ, ਦੂਰੀ ਰੱਖਣ ਦਾ, ਜਿਹਨੂੰ ਸਮਾਜਿਕ ਦੂਰੀ ਕਹਿੰਦੇ ਆ, ਮੁੱਢਲੀਆਂ ਦਵਾਈਆਂ, ਥੋੜ੍ਹੇ ਬਹੁਤੇ ਬੈੱਡ ਵੀ, ਥੋੜ੍ਹੇ ਬਹੁਤੇ ਸਿਲੰਡਰ ਵੀ, ਆਕਸੀਜਨ, ਛੋਟਾ ਮੋਟਾ ਹਸਪਤਾਲ ਵੀ, ਜਿਹੜਾ ਤੁਰਤ ਮੁੱਢਲੀ ਸਹਾਇਤਾ ਜਿੱਥੇ ਮਿਲ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਆ। ਪਹਿਲੀ ਗੱਲ ਤਾਂ ਅਜੇ ਤੱਕ ਉੱਥੇ ਬੈਠਿਆਂ 'ਚੋਂ ਐ ਕਿਸੇ ਨੂੰ ਸ਼ਿਕਾਇਤ ਹੋ ਗਈ ਹੋਵੇ, ਇੱਕ ਅੱਧੀ ਉਦਾਹਰਨ ਹੋਊਗੀ, ਇਸ ਤੋਂ ਵੱਧ ਹੈ ਨਹੀਂ। ਜੇ ਤੁਸੀਂ ਇੰਨਾ ਪ੍ਰਬੰਧ ਕਰ ਰਹੇ ਹੋ ਆਪਣੇ ਪੱਧਰ ਤੇ, ਤਾਂ ਜੇ ਸਰਕਾਰਾਂ ਕਹਿ ਰਹੀਆਂ ਨੇ ਟੈਸਟਿੰਗ ਬਾਰੇ ਜਾਂ ਵੈਕਸੀਨੇਸ਼ਨ ਬਾਰੇ, ਤੁਸੀਂ ਉਹ ਮੰਨਣ ਨੂੰ ਕਿਉਂ ਨਹੀਂ ਤਿਆਰ? ਹਾਂ, ਜਿੱਥੋਂ ਤੱਕ ਤਾਂ ਟੈਸਟਿੰਗ ਦਾ ਸਵਾਲ ਹੈ, ਸਾਡੀ ਮੰਗ ਹੈ ਵੀ ਹਰੇਕ ਪਿੰਡ 'ਚ ਪ੍ਰਬੰਧ ਹੋਵੇ ਟੈਸਟ ਦਾ, ਪਰ ਧੱਕੇ ਨਾਲ ਜਾ ਕੇ ਘਰਾਂ 'ਚ ਟੈਸਟ ਨਹੀਂ ਕਰਨੇ। ਉਹਦਾ ਅਸੀਂ ਵਿਰੋਧ ਕਰਾਂਗੇ। ਜਿਹਨੂੰ ਲੋੜ ਮਹਿਸੂਸ ਹੁੰਦੀ ਆ ਤੁਰਤ ਜਾ ਕੇ ਉਦੋਂ ਟੈਸਟ ਕਰਾ ਸਕੇ। ਇਵੇਂ ਹੀ ਅਸੀਂ ਕਹਿੰਦੇ ਜੇ ਸਾਡੇ ਧਰਨਿਆਂ ਕੋਲੇ ਵੀ ਕਰਨਾ ਸਰਕਾਰ ਨੇ, ਉੱਥੇ ਟੈਸਟਿੰਗ ਦਾ ਪ੍ਰਬੰਧ ਕਰ ਦੇਵੇ, ਜਿਹਨੂੰ ਲੋੜ ਮਹਿਸੂਸ ਹੋਊਗੀ ਅਸੀਂ ਤੁਰਤ ਟੈਸਟ ਕਰਾ ਲਾਂਗੇ। ਧੱਕੇ ਨਾਲ ਸਾਰਿਆਂ ਦੇ ਟੈਸਟ ਕਰਕੇ ਸਾਨੂੰ ਪਤਾ ਹੈ ਸਰਕਾਰ ਦੀ ਇਹ ਚਾਲ ਹੈ ਵੀ ਇਹਨਾਂ ਦੇ ਸਾਰਿਆਂ ਦੇ ਟੈਸਟ ਕਰਕੇ ਧਰਨਿਆਂ 'ਚ ਬੈਠਿਆਂ ਦੇ ਅੱਧਿਆਂ ਨੂੰ ਕਹਿ ਦਿਓ ਵੀ ਇਹ ਤਾਂ ਕਰੋਨਾ ਹੈ, ਕਿਉਂਕਿ ਇਹੋ ਜਿਹੀਆਂ ਮਿਸਾਲਾਂ ਇੱਕ ਨਹੀਂ ਕਈ ਆ ਚੁੱਕੀਆਂ। VIP ਵੀ ਉਹ ਇਹਦੇ ਨਾਲ ਵੀ ਇੱਕ ਥਾਂ ਤੋਂ ਟੈਸਟ ਪੋਜ਼ਿਟਿਵ ਆਉਂਦਾ, ਦੂਜੇ ਥਾਂ ਤੋਂ ਟੈਸਟ ਨੈਗੇਟਿਵ ਆਉਂਦਾ। VIP ਵੀ ਇਸ ਗੱਲ ਦਾ ਸ਼ਿਕਾਰ ਹੋ ਚੁੱਕੇ, ਖੁਦ ਡਾਕਟਰ ਸ਼ਿਕਾਰ ਹੋ ਚੁੱਕੇ। ਅਬੋਹਰ ਦੇ ਡਾਕਟਰ ਦੀ ਪਿਛਲੇ ਸਾਲ ਤੁਸੀਂ ਪੜ੍ਹੀ ਹੋਣੀ ਆ ਖਬਰ, ਇੱਕ ਥਾਂ ਪੋਜ਼ਿਟਿਵ ਕਹਿਤਾ, ਇੱਕ ਥਾਂ ਨੈਗੇਟਿਵ ਕਹਿਤਾ, ਉਹ ਅਖੀਰ ਉਹਦੀ ਉਹ ਮੌਤ ਹੋ ਗਈ। ਸਰ ਤੁਹਾਡੇ ਯਾਨੀ ਕਿ ਕਿਸਾਨਾਂ ਦੇ ਟੈਸਟਿੰਗ ਨਾ ਕਰਵਾਉਣ ਕਰਕੇ ਜਾਂ ਵੈਕਸੀਨੇਸ਼ਨ ਕਰਕੇ ਤੁਹਾਨੂੰ ਲੱਗਦਾ ਨਹੀਂ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਮੌਕਾ ਮਿਲ ਰਿਹਾ ਹੈ? ਪੰਜਾਬ ਦੇ ਵਿੱਚ ਹਰਜੀਤ ਗਰੇਵਾਲ ਜੀ ਹੋਣਾ ਨੇ ਜਾਂ ਕਈਆਂ ਹੋਰਾਂ ਨੇ ਵੀ, ਮੌਜੂਦਾ ਜਿਹੜੇ ਕੈਬਨਿਟ ਮੰਤਰੀ ਉਹ ਵੀ ਕਹਿ ਰਹੇ ਨੇ ਵੀ ਉੱਥੇ ਦੇ ਜਿਹੜੇ ਕਿਸਾਨ ਆ ਰਹੇ ਨੇ ਉਹ ਟੈਸਟ ਕਰਵਾ ਲੈਣ, ਕਿਉਂਕਿ ਕਰੋਨਾ ਦੇ ਚਾਂਸ ਹੈਗੇ ਨੇ। ਹਰਜੀਤ ਗਰੇਵਾਲ ਜੀ ਨੇ ਤਾਂ ਇੱਥੇ ਤੋਂ ਕਿਹਾ ਕਿ ਮੇਰੇ ਪਿੰਡ ਦੇ ਵਿੱਚ 25 ਲੋਕ ਜਿਹੜੇ ਨੇ ਉੱਥੇ ਤੋਂ ਆਏ ਸੀ ਮੋਰਚੇ ਤੋਂ, ਉਹ ਕਰੋਨਾ ਪੋਜ਼ਿਟਿਵ ਆ ਗਏ, ਉਹਨਾਂ ਕਰਕੇ ਕਰੋਨਾ ਫੈਲਿਆ। ਹਰਜੀਤ ਗਰੇਵਾਲ ਆ ਚਾਹੇ ਕੋਈ ਹੋਰ ਵਜ਼ੀਰ ਆ, ਇਹਨਾਂ ਦਾ ਕਿੱਤਾ ਹੈ ਝੂਠ ਗੱਪ ਮਾਰਨੇ। ਮੈਂ ਤੁਹਾਨੂੰ ਠੋਸ ਮਿਸਾਲਾਂ ਦਿੰਦਾ। ਸਭ ਤੋਂ ਵੱਧ ਮੌਤਾਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ 60-65 ਮੌਤਾਂ ਹੋਈਆਂ ਪਿੰਡ 'ਚ। ਇਵੇਂ ਹਰਿਆਣੇ ਦਾ ਇੱਕ ਪਿੰਡ ਹੈ, ਉਹ ਸਾਰੇ ਪਰਿਵਾਰਾਂ ਦੀ ਹੁਣ ਜਾ ਕੇ ਪੜਤਾਲ ਕਰ ਲਓ ਜੇ ਕੋਈ ਉਹਨਾਂ 'ਚੋਂ ਮੋਰਚੇ 'ਚ ਗਿਆ ਹੋਵੇ, ਇੱਕ ਵੀ।
ਫਿਰ ਇਹ ਕਿਵੇਂ ਮੋਰਚੇ ਤੇ ਦੋਸ਼ ਲੱਗ ਗਿਆ ਵੀ ਮੋਰਚੇ 'ਚੋਂ ਕਰੋਨਾ ਪੋਜ਼ਿਟਿਵ ਆਉਂਦੇ ਆ। ਮੈਂ ਕਹਿ ਚੁੱਕਿਆ ਵੀ ਸਾਡੇ ਟੈਸਟ ਕਰਕੇ ਸਰਕਾਰ ਇਹ ਠੱਪਾ ਸਾਡੇ ਤੇ ਲਾਉਣਾ ਚਾਹੁੰਦੀ ਆ। ਡਾਕਟਰਾਂ ਕੋਲੋਂ ਕਹਾ ਲੈਣਗੇ, ਡਾਕਟਰ ਇਹਨਾਂ ਦੇ ਮੁਲਾਜ਼ਮ ਹੈ, ਕਹਾ ਲੈਣਗੇ ਵੀ ਪੋਜ਼ਿਟਿਵ ਹੈ। ਮਤਲਬ ਕਿਸਾਨਾਂ ਨੂੰ ਚੁੱਕਣ ਦੇ ਜਾਂ ਸਾਡੇ ਧਰਨਿਆਂ ਨੂੰ ਉਠਾਉਣਾ ਚਾਹੁੰਦੀ ਹੈ। ਅਸੀਂ ਇਹ ਨਹੀਂ ਹੋਣ ਦੇਣਾ। ਅਸੀਂ ਜਿਹਨੂੰ ਵੀ ਲੋੜ ਮਹਿਸੂਸ ਹੋਊਗੀ ਕਰਾਉਣੇ ਆ ਟੈਸਟ, ਕਰਾਵਾਂਗੇ। ਲੇਕਿਨ ਹੁਣ ਇਵੇਂ ਵੈਕਸੀਨੇਸ਼ਨ ਹੈ, ਵੈਕਸੀਨੇਸ਼ਨ ਵੀ ਜਿਹਨੂੰ ਵੀ ਲੋੜ ਮਹਿਸੂਸ ਹੁੰਦੀ ਹੈ, ਕਿਉਂਕਿ ਵੈਕਸੀਨੇਸ਼ਨ ਦੇ ਵੀ ਜਿਹੜੇ ਨੈਗੇਟਿਵ ਰਿਜ਼ਲਟ ਹੈ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ। ਕਾਲੀ ਉੱਲੀ ਵਾਲੇ, ਬਲੈਕ ਫੰਗਸ ਵਾਲੇ, ਲੁਧਿਆਣੇ 'ਚ ਵੀ 2-3 ਮੌਤਾਂ ਹੋ ਗਈਆਂ, ਹੋਰਨੀ ਥਾਈਂ ਵੀ ਇਹ ਸ਼ੁਰੂ ਹੋ ਗਿਆ। ਇਹ ਉਦੋਂ ਤੋਂ ਡਾਕਟਰ ਕਹਿ ਰਹੇ ਆ ਜਦੋਂ ਤੋਂ ਇਹ ਬਿਨਾਂ ਟੈਸਟਾਂ ਤੋਂ ਜਿਹੜੀਆਂ ਵੈਕਸੀਨੇਸ਼ਨਾਂ, ਇਹਦੇ ਜਿੰਨੇ ਟੈਸਟ ਹੋਣੇ ਚਾਹੀਦੇ ਵੈਕਸੀਨੇਸ਼ਨਾਂ ਦੇ ਪਹਿਲਾਂ, ਪਬਲਿਕ ਨੂੰ ਲਾਉਣ ਤੋਂ ਪਹਿਲਾਂ, ਉਹ ਟੈਸਟ ਨਹੀਂ ਹੋਏ, ਕਿਸੇ ਵੈਕਸੀਨੇਸ਼ਨ ਦੇ ਨਹੀਂ ਹੋਏ। ਉਹ ਅਜੇ ਵਿਚਾਲੇ ਖੜੇ ਆ। ਸ਼ੁਰੂ ਇਹਨਾਂ ਨੇ ਕਰਤੇ ਜਿਹਦੇ ਆਹ ਨੈਗੇਟਿਵ ਇਫੈਕਟ ਹੈ ਜਿਹੜੇ ਆਉਣੇ ਸ਼ੁਰੂ ਹੋ ਗਏ। ਇਹ ਜਿਹੜੇ ਸ਼ੰਕੇ ਖੜੇ ਹੋਏ ਵੇ ਆ, ਅਸੀਂ ਇਹਨਾਂ ਦਾ ਜਿੰਮਾ ਆਪਦੇ ਤੇ ਨਹੀਂ ਲੈਣਾ ਚਾਹੁੰਦੇ ਵੀ ਅਸੀਂ ਕਹਿ ਦਈਏ ਤੁਸੀਂ ਲਵਾ ਲਓ ਵੈਕਸੀਨੇਸ਼ਨ, ਤੇ ਕੱਲ ਨੂੰ ਉਹ ਜਦੋਂ ਉਹਨਾਂ ਨੂੰ ਆਹ ਸਮੱਸਿਆ ਖੜੀ ਹੋ ਜੇ ਉਹ ਕਹਿਣ ਸਾਨੂੰ ਯੂਨੀਅਨ ਵਾਲਿਆਂ ਨੇ ਮਰਵਾਤਾ, ਸਾਨੂੰ ਆ ਕਿਸਾਨ ਆਗੂਆਂ ਨੇ ਮਰਵਾਤਾ। ਇਹਨਾਂ ਨੇ ਕਹਿਤਾ ਵੈਕਸੀਨੇਸ਼ਨ ਲਵਾ ਲਓ, ਅਸੀਂ ਨਾ ਲਵਾਉਂਦੇ ਚੰਗੇ ਰਹਿੰਦੇ। ਤੁਸੀਂ ਕਹਿੰਦੇ ਹੋ ਵੀ ਜਿਹੜਾ ਦਿਲ ਕਰੇਗਾ, ਜਿਹਨੂੰ ਮਹਿਸੂਸ ਹੋਏਗਾ ਉਹ ਆਪਣੇ ਆਪ ਲਵਾ ਲਵੇ, ਉਹਨੂੰ ਅਸੀਂ ਰੋਕਾਂਗੇ ਨਹੀਂ। ਪਰ ਅਸੀਂ ਇਹ ਵੀ ਨਹੀਂ ਅਪੀਲ ਕਰਾਂਗੇ ਵੀ ਨਾ ਲਵਾਓ, ਇਹ ਵੀ ਨਹੀਂ ਅਪੀਲ ਕਰਾਂਗੇ ਵੀ ਸਾਰੇ ਲਵਾ ਲਓ। ਸਾਨੂੰ ਆਪ ਨੂੰ ਵੀ ਜੋ ਲੋੜ ਮਹਿਸੂਸ ਹੋਊਗੀ ਲਵਾਵਾਂਗੇ। ਸਰ ਇੱਕ ਸਵਾਲ ਹੋਰ ਹੈ ਵੀ ਕਰੋਨਾ ਕਰਕੇ ਤੁਸੀਂ ਕਹਿ ਸਕਦੇ ਹੋ ਪਹਿਲਾਂ ਤਾਂ ਇੱਕ ਜਿਹੜੀ ਪਾਰਲੀਮੈਂਟ ਵੱਲ ਨੂੰ ਜਿਹੜੀ ਮਾਰਚ ਸੀਗੀ ਉਹ ਉਸ ਨੂੰ ਸਸਪੈਂਡ ਕੀਤਾ ਗਿਆ ਕੁਝ ਟਾਈਮ ਦੇ ਲਈ, ਤੇ ਹੁਣ ਚਰਚਾਵਾਂ ਇਹ ਵੀ ਨੇ ਕਿ ਮੋਰਚਾ ਠੰਡਾ ਪਿਆ ਕਰੋਨਾ ਕਾਰਨ ਇਸ ਦਾ ਹੈਗਾ, ਜਾਂ ਫਿਰ ਹੁਣ ਅਜਿਹੇ ਦੌਰ ਦੇ ਵਿੱਚ ਵੀ ਇਸ ਮੋਰਚੇ ਨੂੰ ਅੱਗੇ ਕਿਵੇਂ ਵਧਾਇਆ ਜਾਵੇ। ਸਰਕਾਰ ਦੇ ਨਾਲ ਗੱਲਬਾਤ ਦੀ ਜਦੋਂ ਗੱਲ ਹੁੰਦੀ ਹੈ, ਸਵਾਲ ਨਹੀਂ ਅਗਲੀ ਗੱਲਬਾਤ ਹੋਵੇਗੀ ਕਦੋਂ। ਦੇਖੋ ਅਗਲੀ ਗੱਲਬਾਤ ਤਾਂ ਸਰਕਾਰ ਨੂੰ ਪਤਾ ਹੈ, ਉਹ ਸਾਡੇ ਵੱਸ ਨਹੀਂ ਹੈ। ਅਸੀਂ ਤਾਂ ਕਰੋਨਾ ਨਾਲ ਵੀ ਮੜਿਕਣਾ, ਸਰਕਾਰ ਨਾਲ ਵੀ ਮੜਿਕਣਾ। ਸਾਡੀ ਤਾਂ ਲੜਾਈ ਹੁਣ ਦੋ ਤਰਫੀ ਹੋ ਗਈ। ਦੋ ਤਰਫੀ ਲੜਾਈ ਦੇ ਵਿੱਚ ਅਸੀਂ ਕਰੋਨਾ ਤੋਂ ਬਚਾਓ ਦੇ ਰੋਕਥਾਮ ਦੇ ਜਿੰਨੇ ਪ੍ਰਬੰਧ ਸਾਡੇ ਵਿੱਤ ਮੁਤਾਬਕ ਕਰ ਸਕਦੇ ਆ ਉਹ ਕਰਨੇ ਸ਼ੁਰੂ ਕਰਤੇ। 1-2 ਦਿਨਾਂ 'ਚ ਐਨ ਮੁਕੰਮਲ ਹੋ ਜਾਣਗੇ। ਉਹ ਮੁੱਢਲੇ ਪ੍ਰਬੰਧ ਆ ਜਿਹੜੇ ਉਹ ਸਾਰੇ ਅਸੀਂ ਸ਼ੁਰੂ ਕਰਤੇ। ਉਹ ਜਦੋਂ ਭਰੋਸਾ ਕਿਸਾਨਾਂ ਨੂੰ ਵੱਝ ਰਿਹਾ, ਉਹਨਾਂ ਦੇ ਕਾਫਲੇ 23 ਤਰੀਕ ਤੋਂ ਸ਼ੁਰੂ ਹੋ ਰਹੇ ਆ। ਪਹਿਲਾਂ ਵੀ ਜਦੋਂ ਇਹ ਦੂਜਾ ਰੌਲਾ ਪਾਉਂਦੇ ਸੀ ਵੀ ਹੁਣ ਤਾਂ ਕਣਕ ਦੀ ਵਾਢੀ ਆ ਗਈ, ਹੁਣ ਤਾਂ ਕਰੋਨਾ ਆ ਗਿਆ, ਉਦੋਂ ਵੀ ਇਹ ਚਰਚਾ ਚੱਲੀ ਸੀ ਮੀਡੀਆ 'ਚ ਵੀ ਹੁਣ ਤਾਂ ਇਕੱਠ ਬਹੁਤ ਥੋੜ੍ਹੇ ਰਹਿ ਗਏ, ਹੁਣ ਤਾਂ ਮੋਰਚੇ ਖਤਮ ਹੋ ਚੱਲੇ। ਪਰ ਜਦੋਂ ਸੱਦਾ ਦਿੱਤਾ ਵੀ ਤੁਸੀਂ ਕਾਲੇ ਕਾਨੂੰਨਾਂ ਥੱਲੇ ਆ ਕੇ ਮਰਨਾ ਹੈ ਕਿ ਕਰੋਨਾ ਨਾਲ ਮਰਨਾ ਹੈ, ਚੋਣ ਕਰ ਲਓ, ਤਾਂ ਲੋਕ, ਅਸੀਂ 15,000 ਦਾ ਅੰਦਾਜ਼ਾ ਲਾਇਆ ਸੀ 21 ਅਪ੍ਰੈਲ ਨੂੰ, ਪਰ ਲੋਕ ਉੱਥੇ ਪਹੁੰਚ ਕੇ 18-20 ਹਜ਼ਾਰ ਦੇ ਨੇੜੇ, ਜਿਹਦੇ 'ਚ 6,000 ਦੇ ਨੇੜੇ ਔਰਤਾਂ ਸੀ। ਉਦੋਂ ਵੀ ਉਹ ਸਾਰੇ ਜਿੰਨੇ ਆਹ ਸ਼ੰਕੇ ਜਾਂ ਉਹ ਭੁਲੇਖੇ ਖੜੇ ਕੀਤੇ ਜਾ ਰਹੇ ਸੀ ਵੀ ਘੋਲ ਤਾਂ ਬਸ ਹੁਣ ਫੇਲ ਹੋ ਚੱਲਿਆ। ਹੁਣ ਵੀ ਇਸ ਦੌਰ 'ਚ ਵੀ ਅਸੀਂ ਆਹ ਪ੍ਰਬੰਧ ਕਰਕੇ ਅੱਜ 21 ਤਰੀਕ ਹੈ, ਪਰਸੋਂ 23 ਤਰੀਕ ਨੂੰ ਪਹਿਲਾ ਜੱਥਾ ਤੋਰ ਦੇਣਾ ਦਿੱਲੀ ਨੂੰ, ਤੇ ਇੱਥੋਂ ਵਾਲੇ ਵੀ ਸਾਰੇ ਧਰਨਿਆਂ 'ਚ ਪ੍ਰਬੰਧ ਕਰਕੇ ਉੱਥੇ ਵੀ ਗਿਣਤੀ ਵਧਾਉਣੀ ਹੈ। ਪੰਡਾਲ ਹੋਰ ਵਧਾ ਦੇਣੇ ਆ, ਟੈਂਟ ਹੋਰ ਵਧਾ ਦੇਣੇ ਆ ਦੂਰੀ ਰੱਖਣ ਵਾਸਤੇ, ਤੇ ਉੱਥੇ ਗੋਲ ਦਾਇਰੇ ਲਾ ਕੇ ਵਿੱਥ ਵਾਲੇ ਉਵੇਂ ਬਿਠਾਉਣੇ ਆ ਜਿਵੇਂ ਸਾਵਧਾਨੀਆਂ ਚਾਹੀਦੀਆਂ। ਕਿਉਂਕਿ ਸਾਨੂੰ ਪਤਾ ਹੈ ਵੀ ਜੇ ਸਾਵਧਾਨੀਆਂ ਨਾ ਰੱਖੀਆਂ, ਸਾਡੇ ਕਿਸਾਨ ਮੋਰਚਿਆਂ ਦੇ ਵਿੱਚ ਇਹਦੇ ਨਾਲ ਸ਼ਿਕਾਰ ਬਣਨਾ ਸ਼ੁਰੂ ਹੋ ਗਏ ਤਾਂ ਮੋਰਚਾ ਫੇਲ ਹੋਊ। ਇਸ ਕਰਕੇ ਅਸੀਂ ਸਾਰੇ ਪ੍ਰਬੰਧ ਕੀਤੇ ਆ, ਤੇ ਸਰਕਾਰ ਨੂੰ ਕਹਿੰਦੇ ਵੀ ਪਿੰਡ-ਪਿੰਡ ਸਾਰੇ ਪ੍ਰਬੰਧ ਕਰੇ। ਸਰਕਾਰ ਤਾਂ ਕੈਪਟਨ ਸਾਹਿਬ ਦਾ ਕਹਿੰਦੇ 10 ਲੱਖ ਦਾ ਇਨਾਮ ਦੇਵਾਂਗੇ ਜਿਹੜੇ ਪਿੰਡ ਦੇ ਵਿੱਚ ਸਾਰੇ ਜਣੇ ਟੀਕਾ ਲਵਾ ਲੈਣਗੇ। ਟੀਕਾ ਲਵਾਉਣ ਵਾਲੇ ਨੂੰ ਕਿਉਂ ਇਨਾਮ ਦਿੰਦੇ ਆ? ਟੀਕਾ ਤਾਂ ਲੋੜ ਪੈਣ ਤੇ ਆ। ਜੇ ਕਿਸੇ ਨੂੰ ਲੋੜ, ਕੀ ਅਗਲੇ ਨੇ ਟੀਕਾ ਲਵਾ ਕੇ ਕਾਲੀ ਉੱਲੀ ਜ਼ਰੂਰੀ ਕਰਵਾਉਣੀ ਆ ਜਿਹੜੀ ਸ਼ੁਰੂ ਹੋ ਗਈ? ਟੀਕਾ ਲਵਾਉਣ ਦਾ ਇਸ ਵੇਲੇ ਜੋ ਸ਼ੰਕਾ ਖੜਾ ਹੋਇਆ ਪਿਆ, ਉਹ ਤਾਂ ਇਹ ਸ਼ੰਕਾ ਹੈ ਵੀ ਕਰੋਨੇ ਨੂੰ ਤਾਂ ਠੀਕ ਕਰ ਦੂ, ਕਾਲੀ ਉੱਲੀ ਹੋ ਜੂਗਾ। ਮੌਤਾਂ ਹੋ ਗਈਆਂ ਸ਼ੁਰੂ ਕਾਲੀ ਉੱਲੀ ਦੇ ਨਾਲ। ਕਦੋਂ ਦੇ ਡਾਕਟਰ ਪਿੱਟ ਰਹੇ ਸੀਗੇ ਵੀ ਇਹ ਠੀਕ ਨਹੀਂ ਹੈ ਵੈਕਸੀਨਾਂ, ਇਹਦੇ ਨਾਲ ਆਹ ਨੈਗੇਟਿਵ ਇਫੈਕਟ ਹੋਣਗੇ, ਉਹ ਸ਼ੁਰੂ ਹੋ ਗਏ। ਫਿਰ ਅਸੀਂ ਕਿਉਂ ਕਹਾਂਗੇ ਲੋਕਾਂ ਨੂੰ ਵੀ ਤੁਸੀਂ 10 ਲੱਖ ਲੈਣ ਵਾਸਤੇ 10 ਲੱਖ ਮੁੱਲ ਹੈ ਕੋਈ ਬੰਦੇ ਦੀ ਜਾਨ ਦਾ?
ਕਿਉਂ ਕਵਾਂਗੇ ਵੀ ਲਵਾਓ ਟੀਕੇ, ਕਿਉਂ ਕਵਾਂਗੇ ਵੈਕਸੀਨ ਲਵਾਓ? ਜਦੋਂ ਲੋੜ ਮਹਿਸੂਸ ਹੋਊਗੀ ਲਵਾ ਲੈਣ ਅਗਲੇ। ਸਰ ਜਿਹੜਾ ਤੁਸੀਂ ਕਿਹਾ ਵੀ ਅਸੀਂ ਨਾ ਕਿਸੇ ਨੂੰ ਇਹ ਕਹਾਂਗੇ ਵੀ ਤੁਸੀਂ ਲਾਜ਼ਮੀ ਤੌਰ ਤੇ ਲਾਓ, ਨਾ ਇਹ ਕਹਾਂਗੇ ਲਾਜ਼ਮੀ ਤੌਰ ਤੇ ਨਾ ਲਵਾਓ, ਇਹ ਫੈਸਲਾ ਉਗਰਾਹਾਂ ਜਥੇਬੰਦੀ ਦਾ ਹੀ ਹੈ ਜਾਂ ਫਿਰ ਸੰਯੁਕਤ ਕਿਸਾਨ ਮੋਰਚੇ ਦਾ? ਦੇਖੋ ਸਾਰਿਆਂ ਦਾ ਤਾਂ ਪ੍ਰਧਾਨ ਸਾਹਿਬ ਨੂੰ ਪਤਾ ਹੋਊ, ਕਿਉਂਕਿ ਮੇਰੀ ਡਿਊਟੀ ਤਾਂ ਪੰਜਾਬ 'ਚ ਲੱਗੀ ਹੋਈ ਹੈ। ਖਾਸ ਕਰਕੇ ਜਦੋਂ ਬਾਂਹ ਟੁੱਟ ਗਈ ਸੀ ਤੋਂ ਬਾਅਦ 'ਚ ਪ੍ਰਧਾਨ ਨੇ ਕਹਿਤਾ ਵੀ ਤੂੰ ਤਾਂ ਇੱਥੇ ਤਿਆਰੀਆਂ ਕਰ, ਉੱਥੇ ਇਕੱਠ 'ਚ ਨਹੀਂ ਸੂਤ ਆਉਣਾ। ਇਹ ਤਾਂ ਉਹਨਾਂ ਨੂੰ ਪਤਾ ਹੈ। ਸਾਡੀ ਜਥੇਬੰਦੀ ਦਾ ਤਾਂ ਕੱਲ ਇਹ ਸੂਬਾ ਕਮੇਟੀ ਦੇ ਵਿੱਚ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਥੱਲੇ ਇਹ ਫੈਸਲਾ ਹੋ ਗਿਆ। ਸਰ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਸੁਖਦੇਵ ਸਿੰਘ ਕੋਕਰੀ ਕਲਾਂ ਸਾਹਿਬ ਜਨਰਲ ਸੈਕਟਰੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਕਰੋਨਾ ਦੇ ਨਾਲ ਜੂਝਣ ਦੀ ਲੜਨ ਦੀ ਤਿਆਰੀ ਅਸੀਂ ਆਪਣੇ ਪੱਧਰ ਤੇ ਵੀ ਕਰ ਰਹੇ ਹਾਂ, ਜੋ ਕੁਝ ਹੋਣਾ ਚਾਹੀਦਾ ਹੈ। ਤੇ ਇਹ ਪਹਿਲੀ ਜਥੇਬੰਦੀ ਹੈ ਜਿਸ ਨੇ ਸਭ ਤੋਂ ਪਹਿਲਾਂ ਮੰਨਿਆ ਸੀ ਵੀ ਹਾਂ ਕਰੋਨਾ ਹੈ, ਪਰ ਜੇ ਲਾਜ਼ਮੀ ਤੌਰ ਤੇ ਟੈਸਟਿੰਗ ਦੀ ਗੱਲ ਹੋਵੇ ਜਾਂ ਲਾਜ਼ਮੀ ਤੌਰ ਤੇ ਵੈਕਸੀਨੇਸ਼ਨ ਦੀ ਗੱਲ ਹੋਵੇ, ਇਹਨਾਂ ਦਾ ਇੱਕ ਪੱਖ ਸਾਫ਼ ਹੈ ਵੀ ਜਿਹੜੇ ਬੰਦੇ ਨੂੰ ਮਹਿਸੂਸ ਹੋਵੇਗਾ ਉਹ ਟੈਸਟ ਕਰਵਾਵੇ, ਜਿਹੜੇ ਬੰਦੇ ਨੂੰ ਮਹਿਸੂਸ ਹੋਵੇਗਾ ਉਹ ਟੀਕਾ ਲਵਾਵੇ। ਅਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਾਂਗੇ ਤੇ ਨਾ ਹੀ ਸਰਕਾਰ ਨੂੰ ਇਹ ਜ਼ਬਰਦਸਤੀ ਕਰਨ ਦਿਆਂਗੇ, ਕਿਉਂਕਿ ਸਰਕਾਰ ਇਸ ਵੇਲੇ ਜੇ ਕਿਸਾਨਾਂ ਦੀ ਮੰਨੀਏ ਤਾਂ ਮੌਕਾ ਲੱਭ ਰਹੀ ਹੈ ਮੋਰਚੇ ਨੂੰ ਉਠਵਾਉਣ ਦਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।